ਹੈਲੋ एवरीवन ਵੈਲਕਮ ਬੈਕ ਟੂ ਯਰ ਔਨ ਚੈਨਲ ਸਾਇੰਟੀਆ। ਜਿਵੇਂ ਕਿ ਤੁਸੀਂ ਜਾਣਦੇ ਹੋ ਆਪਾਂ ਆਪਣੇ ਚੈਨਲ ਤੇ ਸਾਇੰਸ ਦੀ ਪ੍ਰਿਪਰੇਸ਼ਨ ਕਰ ਰਹੇ ਹਾਂ। ਅਗਰ ਤੁਸੀਂ ਚੈਨਲ ਤੇ ਨਿਊ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਪ੍ਰੈਸ ਕਰ ਲਓ ਸੋ ਦੈਟ ਤੁਹਾਨੂੰ ਡੇਲੀ ਦੀ ਅਪਡੇਟ ਮਿਲਦੀ ਰਹੇ। ਅੱਜ ਆਪਾਂ ਫਿਜ਼ਿਕਸ ਦੀ ਮਾਸਟਰ ਕੈਡਰ ਦੀ ਜੋ ਸੀਰੀਜ਼ ਸਟਾਰਟ ਕੀਤੀ ਹੈ ਉਸ ਨੂੰ ਕੰਟੀਨਿਊ ਕਰਾਂਗੇ, ਉਸ ਦਾ ਨੈਕਸਟ ਟੌਪਿਕ ਕਰਾਂਗੇ ਸੋ ਦੈਟ ਤੁਹਾਨੂੰ ਜੋ ਸਿਲੇਬਸ ਹੈ ਮਾਸਟਰ ਕੈਡਰ ਦਾ ਤੁਸੀਂ ਈਜ਼ਲੀ ਕਵਰ ਕਰ ਪਾਓ। ਸਟਾਰਟ ਕਰਦੇ ਹਾਂ। ਅੱਜ ਦਾ ਜੋ ਟੌਪਿਕ ਹੈ ਉਹ ਆਪਣਾ ਲੇਜ਼ਰ ਦਾ ਪਾਰਟ 3। ਆਈ ਹੋਪ ਤੁਸੀਂ ਪਾਰਟ 1 ਤੇ ਪਾਰਟ 2 ਦੇਖ ਚੁੱਕੇ ਹੋ। ਅਗਰ ਤੁਸੀਂ ਪਾਰਟ 1 ਐਂਡ ਪਾਰਟ 2 ਨਹੀਂ ਦੇਖਿਆ ਪਹਿਲਾਂ ਉਸ ਨੂੰ ਦੇਖ ਲਓ ਸੋ ਦੈਟ ਤੁਹਾਡੇ ਬੇਸਿਕਸ ਕਵਰ ਹੋ ਜਾਣ। ਅੱਜ ਆਪਾਂ ਲੇਜ਼ਰ ਜੋ ਯੂਨਿਟ ਹੈ ਇਸ ਨੂੰ ਕੰਪਲੀਟ ਕਰ ਦਾਂਗੇ। ਅੱਜ ਤੁਹਾਡੀ ਲੇਜ਼ਰ ਕੰਪਲੀਟ ਹੋ ਜਾਏਗੀ ਐਂਡ ਆਈ ਹੋਪ ਤੁਹਾਨੂੰ ਸਮਝ ਵੀ ਆ ਚੁੱਕੀ ਹੈ ਜਿੰਨਾ ਆਪਾਂ ਕਰ ਚੁੱਕੇ ਹਾਂ। ਸਟਾਰਟ ਕਰਦੇ ਹਾਂ। ਅੱਜ ਆਪਾਂ ਗੱਲ ਕਰਾਂਗੇ ਕੰਪੋਨੈਂਟਸ ਆਫ ਲੇਜ਼ਰ। ਲੇਜ਼ਰ ਦੇ ਕੰਪੋਨੈਂਟਸ ਦੀ ਗੱਲ ਕਰਾਂਗੇ। ਮੇਨਲੀ ਲੇਜ਼ਰ ਦੇ 3 ਕੰਪੋਨੈਂਟਸ ਹੁੰਦੇ ਆ, ਲੇਜ਼ਿੰਗ ਪੰਪਿੰਗ ਜਾਂ ਫਿਰ ਇਹਨੂੰ ਤੁਸੀਂ ਕੀ ਕਹਿ ਸਕਦੇ ਹੋ ਐਕਟਿਵ ਮੀਡੀਅਮ ਜਾਂ ਐਕਟਿਵ ਪੰਪਿੰਗ ਵੀ ਕਹਿ ਸਕਦੇ ਹੋ। ਐਕਟਿਵ ਐਕਟਿਵ ਪੰਪਿੰਗ ਵੀ ਕਹਿ ਸਕਦੇ ਹੋ ਜਾਂ ਪੰਪ ਸੋਰਸ ਹੈ ਆਪਣੇ ਕੋਲ ਸੈਕਿੰਡ, ਪੰਪਿੰਗ ਏਜੰਟ ਵੀ ਕਹਿ ਸਕਦੇ ਹੋ ਇਸ ਦੀ ਜਗ੍ਹਾ ਤੁਸੀਂ ਸੋਰਸ ਦੀ ਜਗ੍ਹਾ। ਥਰਡ ਵਨ ਹੈ ਆਪਣੇ ਕੋਲ ਆਪਟੀਕਲ ਰੈਜ਼ੋਨੇਟਰ। ਇਹ ਤਿੰਨ ਕੀ ਨੇ ਆਪਣੇ ਕੋਲ ਕੰਪੋਨੈਂਟਸ ਨੇ ਕਿਸ ਦੇ, ਲੇਜ਼ਰਸ ਦੇ। ਇੱਕ ਇੱਕ ਕਰਕੇ ਇਹਨਾਂ ਨੂੰ ਡਿਸਕਸ ਕਰਦੇ ਆ। ਫਸਟ ਆਪਾਂ ਡਿਸਕਸ ਕਰਾਂਗੇ ਆਪਣਾ ਲੇਜ਼ਿੰਗ ਪੰਪਿੰਗ ਜਾਂ ਐਕਟਿਵ ਮੀਡੀਅਮ ਨੂੰ। ਸਟਾਰਟ ਕਰਦੇ ਆ। ਦੇਖੋ ਹੁਣ ਐਕਟਿਵ ਮੀਡੀਅਮ ਕੀ ਹੁੰਦੇ, ਇਸ ਦੇ ਵਿੱਚ ਕੀ ਆ ਜਾਂਦਾ, ਐਕਟਿਵ ਮੀਡੀਅਮ ਦੇ ਵਿੱਚ ਕਲੈਕਸ਼ਨ ਆ ਜਾਂਦੀ ਹੈ, ਕਲੈਕਸ਼ਨ ਆਫ ਐਟਮਸ ਦੀ ਕਲੈਕਸ਼ਨ ਆ ਜਾਂਦੀ ਹੈ ਇਸ ਦੇ ਵਿੱਚ, ਆਇਨਸ ਦੀ ਆ ਜਾਂਦੀ ਹੈ ਜਾਂ ਮੋਲੀਕਿਊਲਸ ਜੋ ਵੀ ਆਪਣੇ ਕੋਲ ਪ੍ਰੈਜ਼ੈਂਟ ਹੈ ਉਹਨਾਂ ਦੀ ਕੀ ਹੁੰਦੀ ਹੈ, ਕਲੈਕਸ਼ਨ ਹੁੰਦੀ ਹੈ ਕਿੱਥੇ, ਐਕਟਿਵ ਮੀਡੀਅਮ ਦੇ ਵਿੱਚ। ਇਸ ਤੋਂ ਇਲਾਵਾ ਅਗਰ ਮੈਂ ਗੱਲ ਕਰਾਂ ਉਹ ਕਿਸੇ ਵੀ ਫੇਜ਼ ਦੇ ਵਿੱਚ ਹੋ ਸਕਦੇ ਨੇ। ਉਹ ਸੋਲਿਡ ਫੇਜ਼ ਦੇ ਵਿੱਚ ਹੋ ਸਕਦੇ ਹੈ, ਉਹ ਲਿਕੁਇਡ ਫੇਜ਼ ਦੇ ਵਿੱਚ ਹੋ ਸਕਦੇ ਹੈ ਜਾਂ ਗੈਸੀਅਸ ਫੇਜ਼ ਦੇ ਵਿੱਚ ਹੋ ਸਕਦੇ ਹੈ। ਮੀਨਸ ਤਿੰਨਾਂ ਦੇ ਵਿੱਚੋਂ ਕੋਈ ਵੀ ਫੇਜ਼ ਪ੍ਰੈਜ਼ੈਂਟ ਹੋ ਸਕਦਾ ਹੈ ਐਟਮਸ, ਆਇਨਸ ਤੇ ਮੋਲੀਕਿਊਲਸ ਦਾ। ਕਲੀਅਰ। ਇਸ ਦਾ ਮੇਨ ਜੋ ਕੰਮ ਹੁੰਦਾ ਹੈ ਇਹ ਉਹ ਪਲੇਸ ਹੈ ਜਿੱਥੇ ਅਗਰ ਆਪਾਂ ਗੱਲ ਕਰੀਏ ਪੋਪੂਲੇਸ਼ਨ ਇਨਵਰਜ਼ਨ ਟੇਕ ਪਲੇਸ ਕਰਦਾ, ਮੀਨਸ ਲੇਜ਼ਰ ਐਕਸ਼ਨ ਹੁੰਦਾ ਇਹਦੇ ਵਿੱਚ। ਇੱਥੇ ਕੀ ਹੋ ਜਾਂਦਾ ਹੈ, ਪੋਪੂਲੇਸ਼ਨ ਇਨਵਰਜ਼ਨ ਕ੍ਰੀਏਟ ਹੁੰਦਾ ਇਸ ਲੇਅਰ ਤੇ, ਇਸ ਕੰਪੋਨੈਂਟ ਤੇ ਪੋਪੂਲੇਸ਼ਨ ਇਨਵਰਜ਼ਨ ਟੇਕ ਪਲੇਸ ਕਰਦਾ, ਪ੍ਰੈਜ਼ੈਂਟ ਹੁੰਦਾ, ਟੇਕ ਪਲੇਸ। ਕਲੀਅਰ। ਇਸ ਤੋਂ ਇਲਾਵਾ ਅਗਰ ਮੈਂ ਗੱਲ ਕਰਾਂ ਇਸ ਦੇ ਵਿੱਚ ਦੇਖੋ ਜਿਹੜੇ ਐਟਮਸ ਨੇ ਉਹ ਕੀ ਕਰਦੇ ਨੇ, ਐਕਟਿਵਲੀ ਪਾਰਟਿਸਿਪੇਟ ਕਰਦੇ ਨੇ ਜੋ ਹੈਲਪ ਕਰਦੇ ਨੇ ਪੋਪੂਲੇਸ਼ਨ ਇਨਵਰਜ਼ਨ ਨੂੰ ਕ੍ਰੀਏਟ ਹੋਣ ਦੇ ਵਿੱਚ। ਤਾਂ ਜੋ ਐਟਮਸ ਵਗੈਰਾ ਪ੍ਰੈਜ਼ੈਂਟ ਨੇ, ਐਟਮਸ, ਆਇਨਸ, ਮੋਲੀਕਿਊਲਸ ਪ੍ਰੈਜ਼ੈਂਟ ਹੈ, ਇਹਨਾਂ ਨੂੰ ਆਪਾਂ ਕੀ ਕਵਾਂਗੇ, ਐਕਟਿਵ ਸੈਂਟਰਸ। ਇਹਨਾਂ ਨੂੰ ਆਪਾਂ ਕੀ ਕਹਿ ਦਾਂਗੇ, ਐਕਟਿਵ ਸੈਂਟਰਸ। ਕੀ ਕਵਾਂਗੇ, ਐਕਟਿਵ ਸੈਂਟਰਸ, ਜੋ ਐਕਟਿਵਨੈਸ ਨਾਲ ਕੀ ਕਰਨਗੇ, ਪਾਰਟਿਸਿਪੇਟ ਕਰਨਗੇ ਪੋਪੂਲੇਸ਼ਨ ਇਨਵਰਜ਼ਨ ਨੂੰ ਟੇਕ ਪਲੇਸ ਕਰਵਾਉਣ ਦੇ ਵਿੱਚ। ਕਲੀਅਰ। ਆਈ ਹੋਪ ਤੁਹਾਨੂੰ ਇਹ ਕਲੀਅਰ ਹੋ ਚੁੱਕਿਆ। ਦੇਖੋ ਹੁਣ ਪੋਪੂਲੇਸ਼ਨ ਇਨਵਰਜ਼ਨ ਕੀ ਹੁੰਦਾ, ਪੋਪੂਲੇਸ਼ਨ ਇਨਵਰਜ਼ਨ ਦਾ ਕੀ ਮਤਲਬ ਹੈ ਇਹ ਵੀ ਸਮਝਦੇ ਆਪਾਂ। ਦੇਖੋ ਜਦੋਂ ਮੰਨ ਲਓ ਆਪਣੇ ਕੋਲ ਇਹ ਹੈ ਗਰਾਊਂਡ ਸਟੇਟ N1 ਪਾਰਟੀਕਲਸ ਨੇ, ਇਸ 'ਚ N2। ਜਦੋਂ N2 ਦੇ ਵਿੱਚ ਕੀ ਹੈ ਜ਼ਿਆਦਾ ਨੰਬਰ ਆਫ ਕੀ ਹੈ ਐਟਮਸ ਪ੍ਰੈਜ਼ੈਂਟ ਹੋਣ ਐਜ਼ ਕੰਪੈਰੀਜ਼ਨ ਟੂ N1, ਮੀਨਸ ਐਕਸਾਈਟਡ ਸਟੇਟ ਦੇ ਵਿੱਚ ਜਾਂ N2 ਦੇ ਵਿੱਚ ਕੀ ਹੈ ਜ਼ਿਆਦਾ ਨੰਬਰ ਆਫ ਆਪਣੇ ਕੋਲ ਕੀ ਹੈ ਪਾਰਟੀਕਲਸ ਪ੍ਰੈਜ਼ੈਂਟ ਹੋਣ ਐਜ਼ ਕੰਪੈਰੀਜ਼ਨ ਟੂ N1। ਹੁਣ ਦੇਖੋ ਜੋ N2 ਹੈ ਇਹ ਆਪਣੇ ਕੋਲ ਕੀ ਹੋ ਸਕਦੀ ਹੈ, ਮੀਨਸ ਨੰਬਰ ਆਫ ਪਾਰਟੀਕਲਸ ਵੀ ਹੋ ਸਕਦੇ ਨੇ, ਨੰਬਰ ਆਫ ਐਟਮ ਵੀ ਹੋ ਸਕਦੇ ਨੇ। ਕਲੀਅਰ। ਹਾਇਰ ਕਿਸ 'ਚ ਹੁੰਦੇ ਨੇ, ਐਕਸਾਈਟਡ ਸਟੇਟ 'ਚ ਐਜ਼ ਕੰਪੈਰੀਜ਼ਨ ਟੂ ਗਰਾਊਂਡ ਸਟੇਟ। ਆਈ ਹੋਪ ਤੁਹਾਨੂੰ ਫਸਟ ਜੋ ਆਪਣੇ ਕੋਲ ਟਰਮ ਸੀ ਐਕਟਿਵ ਮੀਡੀਅਮ ਜਾਂ ਲੇਜ਼ਿੰਗ ਮੀਡੀਅਮ ਉਹ ਕਲੀਅਰ ਹੋ ਚੁੱਕਿਆ। ਸੈਕਿੰਡ ਆਪਾਂ ਗੱਲ ਕਰਾਂਗੇ ਪੰਪਿੰਗ ਡਿਵਾਈਸ ਦੀ। ਦੇਖੋ ਪੰਪਿੰਗ ਡਿਵਾਈਸ ਕੀ ਹੁੰਦਾ ਆਪਣੇ ਕੋਲ, ਪੰਪਿੰਗ ਡਿਵਾਈਸ ਦਾ ਮਤਲਬ ਕੀ ਆਪਣੇ ਕੋਲ, ਇਸ ਦਾ ਮੇਨ ਕੰਮ ਕੀ ਹੁੰਦਾ, ਇਹ ਕੀ ਸਪਲਾਈ ਕਰਦਾ, ਐਨਰਜੀ ਸਪਲਾਈ ਕਰਦਾ। ਪੰਪਿੰਗ ਡਿਵਾਈਸ ਕੀ ਸਪਲਾਈ ਕਰਦਾ, ਐਨਰਜੀ ਟੂ ਐਕਟਿਵ ਮੀਡੀਅਮ ਆਫ ਲੇਜ਼ਰ। ਐਕਟਿਵ ਮੀਡੀਅਮ ਆਫ ਲੇਜ਼ਰ, ਜੋ ਐਕਟਿਵ ਮੀਡੀਅਮ ਹੈ ਲੇਜ਼ਰ ਦਾ ਉਸਨੂੰ ਕੀ ਪ੍ਰੋਵਾਈਡ ਕਰਦਾ, ਐਨਰਜੀ ਪ੍ਰੋਵਾਈਡ ਕਰਦਾ। ਮੇਨਲੀ ਅਗਰ ਆਪਾਂ ਗੱਲ ਕਰੀਏ ਇਸ ਦਾ ਮੇਨ ਕੰਮ ਕੀ ਹੈ, ਪੋਪੂਲੇਸ਼ਨ ਇਨਵਰਜ਼ਨ ਨੂੰ ਮੇਨਟੇਨ ਕਰਾ ਕੇ ਰੱਖਣਾ, ਪੋਪੂਲੇਸ਼ਨ ਇਨਵਰਜ਼ਨ ਨੂੰ ਮੇਨਟੇਨ ਕਰਵਾ ਕੇ ਰੱਖਣਾ। ਮੇਨਟੇਨ ਮੀਨਸ ਉਹ ਬਣੀ ਰਵੇ, ਉਸ ਦਾ ਮੇਨ ਕੰਮ ਕੌਣ ਕਰਦਾ, ਪੰਪਿੰਗ।
ਜਦੋਂ ਹੁਣ ਦੇਖੋ ਇਸ ਦੇ ਵਿੱਚ ਕੀ ਹੈ, એનર્ਜੀ ਆਪਾਂ ਦਿੰਨੇ ਆ, એનર્ਜੀ ਨੂੰ ਦੇਣਾ ਹੀ, એનર્ਜੀ ਜਦੋਂ ਆਪਾਂ ਦਿੰਨੇ ਆ ਕਿਸ ਤੋਂ, ਐਕਟਿਵ ਜੋ ਆਪਣੇ ਕੋਲ ਸੈਂਟਰਸ ਨੇ ਉਹਨਾਂ ਨੂੰ એનર્ਜੀ ਦੇ ਦਿੰਨੇ ਆ, ਉਹਨੂੰ ਆਪਾਂ ਕੀ ਬੋਲ ਦਿੰਨੇ ਆ, ਪੰਪਿੰਗ ਬੋਲ ਦਿੰਨੇ ਆ। એનર્ਜੀ ਪ੍ਰੋਵਾਈਡ ਕਰਵਾਉਣਾ ਹੀ ਇਹਦੇ ਵਿੱਚ ਕੀ ਹੈ, ਪੰਪਿੰਗ ਹੈ। 3 ਤਰ੍ਹਾਂ ਦੀ ਮੇਨਲੀ ਪੰਪਿੰਗ ਹੁੰਦੀ ਹੈ, ਦੇਖੋ ਇਹ ਵੀ ਡਿਸਕਸ ਕਰ ਲੈਂਦੇ ਆ। ਜੋ ਆਪਣੇ ਕੋਲ ਪੰਪਿੰਗ ਹੈ ਉਹ 3 ਤਰ੍ਹਾਂ ਦੀ ਹੁੰਦੀ ਹੈ। ਫਸਟ ਵਨ ਇਜ਼ ਆਪਟੀਕਲ ਪੰਪਿੰਗ, ਆਪਟੀਕਲ ਪੰਪਿੰਗ। ਦੇਖੋ ਜੋ ਆਪਟੀਕਲ ਪੰਪਿੰਗ ਹੁੰਦੀ ਹੈ ਇਹ ਕਿਸ ਦੇ ਵਿੱਚ ਹੁੰਦੀ ਹੈ, ਜਿਵੇਂ ਸੋਲਿਡ ਸਟੇਟ ਲੇਜ਼ਰਸ, ਇਹ ਮੇਨਲੀ ਜੋ ਸੋਲਿਡ ਲੇਜ਼ਰਸ ਹੁੰਦੀਆਂ ਨੇ ਉਹਨਾਂ ਦੇ ਵਿੱਚ ਹੁੰਦੀ ਹੈ ਆਪਟੀਕਲ ਪੰਪਿੰਗ। ਸੈਕਿੰਡ ਹੁੰਦੀ ਹੈ ਇਲੈਕਟ੍ਰੀਕਲ ਡਿਸਚਾਰਜ ਪੰਪਿੰਗ, ਇਲੈਕਟ੍ਰੀਕਲ ਡਿਸਚਾਰਜ ਪੰਪਿੰਗ। ਇਲੈਕਟ੍ਰੀਕਲ ਡਿਸਚਾਰਜ ਪੰਪਿੰਗ ਕਿਸ 'ਚ ਹੁੰਦੀ ਹੈ, ਜੋ ਗੈਸ ਲੇਜ਼ਰਸ ਨੇ ਆਪਣੇ ਕੋਲ ਕੀ ਨੇ, ਜੋ ਗੈਸ ਲੇਜ਼ਰਸ ਨੇ ਉਹਨਾਂ ਲਈ ਕੀ ਹੁੰਦੀ ਹੈ, ਇਲੈਕਟ੍ਰੀਕਲ ਡਿਸਚਾਰਜ ਪੰਪਿੰਗ। ਔਰ ਆਪਟੀਕਲ ਪੰਪਿੰਗ ਕਿਸ ਲਈ ਹੁੰਦੀ ਹੈ, ਆਪਣੇ ਕੋਲ ਸੋਲਿਡ ਲੇਜ਼ਰਸ ਦੇ ਲਈ। ਥਰਡ ਆਪਣੇ ਕੋਲ ਕੀ ਹੈ, ਡਾਇਰੈਕਟ ਕਨਵਰਜ਼ਨ। ਥਰਡ ਜੋ ਆਪਣੇ ਕੋਲ ਹੈ ਉਹ ਕੀ, ਆਪਣੇ ਕੋਲ ਡਾਇਰੈਕਟ ਕਨਵਰਜ਼ਨ। ਥਰਡ ਵਨ ਇਜ਼ ਡਾਇਰੈਕਟ ਕਨਵਰਜ਼ਨ ਪੰਪਿੰਗ। ਹੁਣ ਇਹ ਕਿਸ ਦੇ ਲਈ ਹੋਏਗੀ, ਇਹ ਜੋ ਆਪਣੇ ਕੋਲ ਸੈਮੀਕੰਡਕਟਰ, ਜੋ ਸੈਮੀਕੰਡਕਟਰ ਡਾਇਓਡ ਲੇਜ਼ਰਸ ਹੈ ਉਹਨਾਂ ਲਈ, ਕਿਸ ਲਈ, ਸੈਮੀਕੰਡਕਟਰ ਡਾਇਓਡ ਲੇਜ਼ਰਸ ਹੈ ਉਹਨਾਂ ਦੇ ਲਈ ਇਹਨਾਂ ਨੂੰ, ਇਸ ਪੰਪਿੰਗ ਨੂੰ ਕੀ ਕੀਤਾ ਜਾਂਦਾ ਹੈ, ਯੂਜ਼ ਕੀਤਾ ਜਾਂਦਾ ਹੈ। ਆਈ ਹੋਪ ਤੁਹਾਨੂੰ ਪੰਪਿੰਗ ਦੀਆਂ ਜੋ 3 ਮੇਨ ਟਾਈਪਸ ਨੇ ਉਹ ਕਲੀਅਰ ਹੋ ਚੁੱਕੀਆਂ ਨੇ। ਨੈਕਸਟ ਆਪਾਂ ਗੱਲ ਕਰਾਂਗੇ ਜੋ ਥਰਡ ਕੰਪੋਨੈਂਟ ਹੈ ਕਿਸ ਦਾ, ਆਪਣੇ ਕੋਲ ਲੇਜ਼ਰ ਦੇ ਜੋ 3 ਥਰਡ ਕੰਪੋਨੈਂਟ ਹੈ, 2 ਡਿਸਕਸ ਹੋ ਚੁੱਕੇ हैं। ਥਰਡ ਦੇਖੋ, ਥਰਡ ਹੈ ਆਪਣੇ ਕੋਲ ਆਪਟੀਕਲ ਰੈਜ਼ੋਨੇਟਰ। ਦੇਖੋ ਆਪਟੀਕਲ ਰੈਜ਼ੋਨੇਟਰ ਦਾ ਕੀ ਮਤਲਬ ਹੈ, ਆਪਟੀਕਲ ਰੈਜ਼ੋਨੇਟਰ ਦਾ ਮੇਨਲੀ ਅਗਰ ਆਪਾਂ ਗੱਲ ਕਰੀਏ ਇਹ ਕੀ ਇਹਦੇ ਵਿੱਚ ਇੱਕ ਤਾਂ ਹਾਈ ਰਿਫਲੈਕਟਿਵ ਮਿਰਰ ਹੁੰਦਾ, ਇਸ ਦੇ ਵਿੱਚ ਇੱਕ ਕੀ ਹੁੰਦਾ, ਪਾਰਸ਼ੀਅਲ ਰਿਫਲੈਕਟਿਵ ਮਿਰਰ। ਇੱਕ ਇਸ ਦੇ ਵਿੱਚ ਹਾਈ ਰਿਫਲੈਕਟਿਵ ਮਿਰਰ ਪ੍ਰੈਜ਼ੈਂਟ ਹੁੰਦਾ। ਸੈਕਿੰਡ ਵਨ ਇਸ ਦੇ ਵਿੱਚ ਕੀ ਪ੍ਰੈਜ਼ੈਂਟ ਹੁੰਦਾ, ਪਾਰਸ਼ੀਅਲੀ ਰਿਫਲੈਕਟਿਵ। ਹਾਈ ਦਾ ਮਤਲਬ ਜੋ ਪੂਰੀ ਤਰ੍ਹਾਂ ਕੀ ਕਰੂਗਾ, ਰਿਫਲੈਕਟ ਕਰੇਗਾ। ਪਾਰਸ਼ਲੀ ਦਾ ਮਤਲਬ ਜੋ ਹਾਫਲੀ ਕਰੇਗਾ, ਕੰਪਲੀਟ ਨਹੀਂ ਕਰੇਗਾ ਰਿਫਲੈਕਟਿਵ। 2 ਮਿਰਰ ਕੀ ਹੁੰਦੇ ਨੇ ਇਸ ਦੇ ਵਿੱਚ ਪ੍ਰੈਜ਼ੈਂਟ ਹੁੰਦੇ ਆ। ਪਹਿਲੀ ਗੱਲ ਤਾਂ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਇਸ ਦੇ ਵਿੱਚ ਜੋ ਐਕਟਿਵ ਮੀਡੀਅਮ ਹੈ, ਦੇਖੋ ਅਗਰ ਮੈਂ ਇਹਨੂੰ ਬਣਾਉਣਾ ਵੀ ਚਾਹਾਂ, ਇਸ ਨੂੰ ਆਪਾਂ ਡਰਾ ਵੀ ਕਰ ਸਕਦੇ ਹਾਂ। ਦੇਖੋ ਇਸ ਤਰ੍ਹਾਂ ਨਾਲ ਇਸ ਦੇ ਵਿੱਚ ਕੀ ਹੋਏਗਾ, ਐਕਟਿਵ ਮੀਡੀਅਮ ਪ੍ਰੈਜ਼ੈਂਟ ਹੋਏਗਾ। ਇਹ ਮੈਂ ਡਰਾ ਕਰ ਲੈਂਦੀ ਹਾਂ ਇਸ ਤਰ੍ਹਾਂ ਨਾਲ, ਜਸਟ ਅ ਸੈਕਿੰਡ। ਹਾਂਜੀ ਦੇਖੋ ਇਸ ਦੇ ਵਿੱਚ ਕੀ ਹੈ, ਇਹਨੂੰ ਦੇਖਦੇ ਆ, ਸਮਝਦੇ ਆ। ਯੈਸ, ਇਹ ਆਪਣੇ ਕੋਲ ਕੀ ਹੈ, ਐਕਟਿਵ ਮੀਡੀਅਮ ਹੈ ਜੋ ਇਹਦੇ ਵਿੱਚ ਪ੍ਰੈਜ਼ੈਂਟ ਹੈ। ਇੱਕ ਸਾਈਡ ਆਪਣੇ ਕੋਲ ਕੀ ਹੋਏਗਾ, ਫੁੱਲੀ ਰਿਫਲੈਕਟਿਵ ਮਿਰਰ। ਇਹ ਆਪਣੇ ਕੋਲ ਕੀ ਹੈ, ਫੁੱਲੀ ਰਿਫਲੈਕਟਿਵ ਮਿਰਰ। ਔਰ ਦੂਸਰੀ ਸਾਈਡ ਕੀ ਆਪਣੇ ਕੋਲ ਹੋਏਗਾ, ਪਾਰਸ਼ਲੀ ਰਿਫਰੈਕਟਿਵ ਮਿਰਰ, ਜੋ ਪੂਰੀ ਤਰ੍ਹਾਂ ਰਿਫਲੈਕਟ ਨਹੀਂ ਕਰੇਗਾ। ਜੋ ਇੱਥੇ ਆਪਣੇ ਕੋਲ ਐਕਟਿਵ ਮੀਡੀਅਮ ਪ੍ਰੈਜ਼ੈਂਟ ਹੈ, AM ਲਿਖਿਆ ਮੈਨੇ, ਇਹ ਇਨਕਲੋਜ਼ਡ ਹੈ ਕਿਹਦੇ ਵਿਚਕਾਰ, 2 ਮਿਰਰਸ ਦੇ ਵਿਚਕਾਰ ਬੰਦ ਕੀਤਾ ਹੋਇਆ। ਇੱਕ ਜੋ ਪਾਰਸ਼ਲੀ ਹੈ, ਦੂਸਰਾ ਕੀ ਹੈ, ਫੁੱਲੀ। ਇਸ ਨੂੰ ਆਪਾਂ ਕੀ ਕਹਿ ਦਿੰਦੇ ਆ, ਆਪਟੀਕਲ ਰੈਜ਼ੋਨੇਟਰ ਕਹਿ ਦਿੰਦੇ ਆ। ਦੇਖੋ ਇਸ ਦਾ ਕੀ ਕੰਮ ਹੈ, ਯੂਜ਼ ਕਿਸ ਲਈ ਕੀਤਾ ਜਾਂਦਾ, ਲਾਈਟ ਨੂੰ ਐਂਪਲੀਫਾਈ ਕਰਵਾਉਣ ਦੇ ਲਈ। ਜੋ ਲਾਈਟ ਦੀ ਐਂਪਲੀਫਿਕੇਸ਼ਨ ਹੈ ਉਹ ਬਣੀ ਰਵੇ, ਉਸ ਦੇ ਲਈ ਆਪਾਂ ਇਸ ਨੂੰ ਯੂਜ਼ ਕਰਦੇ ਹਾਂ। ਮੇਨਲੀ ਆਪਟੀਕਲ ਕੈਵਿਟੀ ਕੀ ਹੈ, ਐਂਪਲੀਫਾਈ ਕਰਦੀ ਹੈ ਲਾਈਟ ਨੂੰ। ਕਲੀਅਰ। ਇਹ ਰੈਜ਼ੋਨੇਟਰ ਡਾਇਰੈਕਟ ਜੋ ਫੋਟੋਨ ਨੂੰ ਬੈਕ ਐਂਡ ਫਰੋਥ ਕਰਵਾ ਦਿੰਦਾ ਐਕਟਿਵ ਮੀਡੀਅਮ ਦੇ ਵਿੱਚ। ਇਸ ਦਾ ਮੇਨ ਹੋਰ ਕੀ ਕੰਮ ਹੈ, ਇਹ ਫੋਟੋਨ ਨੂੰ ਬੈਕ ਐਂਡ ਫਰੋਥ ਕਰਵਾ ਦਿੰਦਾ ਹੈ, ਕਿਸ ਦੇ ਵਿੱਚ, ਬੈਕ ਐਂਡ ਫਰੋਥ ਮੋਸ਼ਨ ਦੇ ਵਿੱਚ ਲੈ ਆਉਂਦਾ, ਜਦੋਂ ਕਿਸ ਦੇ ਨਾਲ ਹੈ, ਉਹ ਐਕਟਿਵ ਮੀਡੀਅਮ ਦੇ ਵਿੱਚ ਹੈ। ਕਲੀਅਰ। ਆਈ ਹੋਪ ਤੁਹਾਨੂੰ ਤਿੰਨੋਂ ਦੇ ਤਿੰਨੋਂ ਕੀ ਹੈ, ਸਮਝ ਆ ਚੁੱਕੇ। ਆਪਾਂ 3 ਪੜ੍ਹ ਚੁੱਕੇ ਹਾਂ, ਕੀ ਲੇਜ਼ਿੰਗ ਮੀਡੀਅਮ, ਪੰਪਿੰਗ ਸੋਰਸ ਐਂਡ ਆਪਟੀਕਲ ਰੈਜ਼ੋਨੇਟਰ। ਆਈ ਹੋਪ ਤੁਹਾਨੂੰ ਇਹ ਕਲੀਅਰ ਹੋ ਚੁੱਕਿਆ। ਨੈਕਸਟ ਆਪਾਂ ਗੱਲ ਕਰਾਂਗੇ ਨੈਕਸਟ ਆਪਣੇ ਪੁਆਇੰਟ ਦੀ। ਨੈਕਸਟ ਹੈ ਆਪਣੇ ਕੋਲ ਰੂਬੀ ਲੇਜ਼ਰ। ਦੇਖੋ ਰੂਬੀ ਲੇਜ਼ਰ ਦੀ ਗੱਲ ਕਰਾਂਗੇ। ਰੂਬੀ ਲੇਜ਼ਰ ਕੀ ਆਪਣੇ ਕੋਲ ਫਰਸਟ ਲੇਜ਼ਰ ਹੈ ਜੋ ਕੀ ਹੈ, ਸਕਸੈਸਫੁਲੀ ਬਣਾਈ ਗਈ ਸੀ। ਕਿਹੜੀ, ਮਤਲਬ ਸਕਸੈਸਫੁਲੀ ਕਿਹੜੀ ਲੇਜ਼ਰ ਬਣਾਈ ਗਈ ਸੀ, ਰੂਬੀ ਲੇਜ਼ਰ। ਇਹ ਆਪਣੇ ਕੋਲ ਫਸਟ ਲੇਜ਼ਰ ਹੈ। ਸੈਕਿੰਡ ਅਗਰ ਆਪਾਂ ਗੱਲ ਕਰੀਏ, ਇਹ ਫਸਟ ਸੋਲਿਡ ਸਟੇਟ ਲੇਜ਼ਰ ਸੀ। ਇਹ ਵੀ ਪੁਆਇੰਟ ਧਿਆਨ 'ਚ ਰੱਖਣਾ, ਇਸ ਦੀ ਕਰੈਕਟਰਿਸਟਿਕਸ ਨੇ। ਫਸਟ ਸੋਲਿਡ ਸਟੇਟ ਕੀ ਆਪਣੇ ਕੋਲ ਲੇਜ਼ਰ ਹੈ, 3 ਲੈਵਲ ਲੇਜ਼ਰ ਹੈ। ਇਹਦੀਆਂ ਕੁਝ ਕਰੈਕਟਰਿਸਟਿਕਸ ਨੇ, ਇਹ ਤੁਸੀਂ ਧਿਆਨ 'ਚ ਰੱਖਣੀਆਂ ਨੇ। 3 ਲੈਵਲ ਕੀ ਆਪਣੇ ਕੋਲ ਇਹ ਲੇਜ਼ਰ ਹੈ। ਇਟ ਇੰਪਲੋਇਜ਼ ਆਪਟੀਕਲ ਪੰਪਿੰਗ, ਇਹਦੇ ਵਿੱਚ ਆਪਟੀਕਲ ਪੰਪਿੰਗ ਹੁੰਦੀ ਹੈ। ਮੈਂ ਤੁਹਾਨੂੰ ਹੁਣੇ ਦੱਸਿਆ ਸੀ, ਦੇਖੋ ਜੋ ਸੋਲਿਡ ਲੇਜ਼ਰਸ ਹੁੰਦੀਆਂ ਨੇ ਉਹਨਾਂ ਦੇ ਵਿੱਚ ਕੀ ਹੁੰਦੀ ਹੈ, ਆਪਟੀਕਲ ਪੰਪਿੰਗ ਹੁੰਦੀ ਹੈ।
ਥਰਡ ਇਟ ਵਰਕਸ ਇਨ ਪਲਸ ਮੋਡ। ਇਹ ਪਲਸ ਮੋਡ ਦੇ ਵਿੱਚ ਕੀ ਕਰਦੀ ਹੈ, ਕੰਮ ਕਰਦੀ ਹੈ। ਮੀਨਸ ਇਹਦੇ ਵਿੱਚ ਕੰਟੀਨਿਊਸ ਨਹੀਂ ਹੋਏਗਾ, ਇਹ ਪਲਸ ਦੀ ਤਰ੍ਹਾਂ ਕੰਮ ਕਰੇਗੀ। ਕਲੀਅਰ, ਕੰਟੀਨਿਊਸ ਵਰਕ ਨਹੀਂ ਹੋਏਗਾ, ਕੰਟੀਨਿਊਸ ਮੋਡ ਦੇ ਵਿੱਚ ਕੰਮ ਨਹੀਂ ਹੋਏਗਾ, ਪਲਸ ਮੋਡ ਦੇ ਵਿੱਚ ਕੀ ਹੋਏਗਾ, ਕੰਮ ਹੋਏਗਾ। ਇਸ ਤੋਂ ਇਲਾਵਾ ਅਗਰ ਆਪਾਂ ਗੱਲ ਕਰੀਏ, ਇਸ ਨੂੰ ਬਣਾਇਆ ਕਿਹਨੇ ਸੀ, ਰੂਬੀ ਲੇਜ਼ਰ ਨੂੰ ਮਹਿਮਾਨ ਕਿਸ ਈਅਰ ਦੇ ਵਿੱਚ, 1960 ਦੇ ਵਿੱਚ ਬਣਾਇਆ ਗਿਆ ਸੀ। ਕਲੀਅਰ, ਇਹ ਕੁਝ ਪੁਆਇੰਟਸ ਨੇ ਜੋ ਮੈਂ ਤੁਹਾਨੂੰ ਲਿਖਵਾ ਰਹੀ ਹਾਂ। ਇਸ ਤੋਂ ਇਲਾਵਾ ਅਗਰ ਮੈਂ ਗੱਲ ਕਰਾਂ, ਰੂਬੀ ਕੀ ਹੈ, ਇੱਕ ਕ੍ਰਿਸਟਲ ਹੈ। ਰੂਬੀ ਕੀ ਹੈ, ਇੱਕ ਕ੍ਰਿਸਟਲ ਹੈ ਜਿਸ ਦੇ ਵਿੱਚ ਕੀ ਹੈ, ਐਲੂਮੀਨੀਅਮ ਆਕਸਾਈਡ ਮੀਨਸ Al2O3, ਐਲੂਮੀਨੀਅਮ ਆਕਸਾਈਡ ਦੇ ਵਿੱਚ ਕੀ ਹੈ, ਕੁਝ ਕੀ ਹੈ, ਕ੍ਰੋਮੀਅਮ ਆਇਨਸ ਦੀ ਕੀ ਕਰਵਾਈ ਗਈ ਹੈ, ਡੋਪਿੰਗ ਕਰਵਾਈ ਗਈ ਹੈ। ਇਹ ਕ੍ਰੋਮੀਅਮ ਆਇਨ ਕਿਸ ਤੋਂ ਲਏ ਗਏ ਨੇ, ਕ੍ਰੋਮੀਅਮ ਆਕਸਾਈਡ ਤੋਂ। ਕੀ ਹੈ ਆਪਣੇ ਕੋਲ ਕ੍ਰੋਮੀਅਮ ਆਕਸਾਈਡ, Cr2O3। ਇਸ ਦੇ ਵਿੱਚੋਂ ਕੁਝ ਆਇਨ ਲਏ ਗਏ ਨੇ, ਕ੍ਰੋਮੀਅਮ ਆਇਨ, ਉਹਨਾਂ ਨੂੰ ਡੋਪਿੰਗ ਕਰਵਾਈ ਗਈ ਹੈ ਕਿਹਦੇ ਵਿੱਚ, ਐਲੂਮੀਨੀਅਮ ਆਕਸਾਈਡ ਦੇ ਵਿੱਚ। ਇਹ ਤੁਸੀਂ ਚੀਜ਼ ਧਿਆਨ ਰੱਖਣੀਆਂ ਨੇ, ਇਹ ਇੰਪੋਰਟੈਂਟ ਪੁਆਇੰਟਸ ਨੇ। ਕਲੀਅਰ। ਇਸ ਤੋਂ ਇਲਾਵਾ ਅਗਰ ਮੈਂ ਗੱਲ ਕਰਾਂ, ਜੋ ਐਕਟਿਵ ਮੀਡੀਅਮ ਹੁੰਦਾ ਹੈ ਰੂਬੀ ਰੋਡ ਦੇ ਵਿੱਚ, ਉਹ ਕ੍ਰੋਮੀਅਮ ਆਇਨ ਹੀ ਹੁੰਦਾ। ਮੈंने ਕਿਹਾ ਸੀ ਨਾ, ਐਟਮ ਹੋ ਸਕਦਾ, ਆਇਨ ਹੋ ਸਕਦਾ, ਮੋਲੀਕਿਊਲਸ ਹੋ ਸਕਦਾ, ਤਾਂ ਇਸ ਦੇ ਵਿੱਚ ਕ੍ਰੋਮੀਅਮ ਆਇਨ ਕੀ ਆਪਣੇ ਕੋਲ ਐਕਟਿਵ ਮੀਡੀਅਮ ਕੀ ਕਰੂਗਾ, ਰਿਪਰੈਜ਼ੈਂਟ ਕਰੂਗਾ। ਕਲੀਅਰ। ਆਈ ਹੋਪ ਤੁਹਾਨੂੰ ਜੋ ਇਸ ਦੀਆਂ ਬੇਸਿਕ ਚੀਜ਼ਾਂ ਸੀ ਰੂਬੀ ਲੇਜ਼ਰ ਦੀਆਂ, ਉਹ ਕਲੀਅਰ ਹੋ ਚੁੱਕੀਆਂ। ਨੈਕਸਟ ਆਪਾਂ ਗੱਲ ਕਰਾਂਗੇ ਇਸ ਦੀ ਕੰਸਟਰਕਸ਼ਨ ਦੀ। ਸਭ ਤੋਂ ਪਹਿਲਾਂ ਅਗਰ ਮੈਂ ਇੱਕ ਚੀਜ਼ ਹੋਰ ਦੱਸਦਾ, ਜੋ ਕਲਰ ਹੁੰਦਾ ਨਾ, ਇਸ ਦਾ ਪਿੰਕਿਸ਼ ਕਲਰ ਹੁੰਦਾ। ਰੂਬੀ ਲੇਜ਼ਰ ਦੀ ਜੋ ਰੋਡ ਹੁੰਦੀ ਹੈ ਉਹ ਪਿੰਕ ਕਲਰ ਦੀ ਹੁੰਦੀ ਹੈ। ਪੁਆਇੰਟ ਤੁਸੀਂ ਕੀ ਕਰੋਗੇ, ਧਿਆਨ ਦੇ ਵਿੱਚ ਰੱਖੋਗੇ, ਕਨਫਿਊਜ਼ ਨਹੀਂ ਹੋਣਾ, ਇਹ ਇੰਪੋਰਟੈਂਟ ਪੁਆਇੰਟ ਹੈ। ਨੈਕਸਟ ਅਗਰ ਮੈਂ ਗੱਲ ਕਰਾਂ, ਦੇਖੋ ਇਸ ਤੋਂ ਇਲਾਵਾ ਦੇਖੋ ਜੋ ਰੂਬੀ ਲੇਜ਼ਰ ਹੈ, ਇਹਦੀ ਲੈਂਥ ਕਿੰਨੀ ਹੁੰਦੀ ਹੈ, ਕੰਸਟਰਕਸ਼ਨ ਦੀ ਗੱਲ ਕਰਾਂ ਤਾਂ ਮੈਂ 4 ਸੈਂਟੀਮੀਟਰ ਦੇ ਨੀਅਰ ਅਬਾਊਟ ਇਸ ਦੀ ਲੈਂਥ ਹੁੰਦੀ ਹੈ। ਐਂਡ ਇਸ ਦਾ ਡਾਇਆਮੀਟਰ, ਜੋ ਰੋਡ ਦਾ ਡਾਇਆਮੀਟਰ ਹੈ ਉਹ ਕਿੰਨਾ ਹੋਏਗਾ, 5 mm, 5 ਮਿਲੀਮੀਟਰ ਇਸ ਦਾ ਕੀ ਹੋਏਗਾ, ਡਾਇਆਮੀਟਰ ਹੋਏਗਾ। ਕਲੀਅਰ। ਇਹਦੇ ਦੋਨੋਂ ਐਂਡ ਤੇ ਹਾਈਲੀ ਪੋਲਿਸ਼ਡ ਮਿਰਰ ਲੱਗੇ ਹੋਣਗੇ। ਦੇਖੋ ਜੋ ਇੱਕ ਦੂਜੇ ਦੇ ਪੈਰਲਰ ਨੇ, ਇਹ ਮਿਰਰ ਲੱਗੇ ਹੋਏ ਆ। ਇੱਕ ਫੁੱਲੀ ਰਿਫਲੈਕਟਿੰਗ ਹੈ, ਦੇਖੋ ਆਪਟੀਕਲ ਦੀ ਗੱਲ ਕੀਤੀ ਸੀ ਨਾ ਆਪਾਂ ਹੁਣੇ। ਇੱਕ ਕੀ ਆਪਣੇ ਕੋਲ ਪਾਰਸ਼ਲੀ ਰਿਫਲੈਕਟਿਵ ਹੈ, ਇੱਕ ਫੁੱਲੀ ਰਿਫਲੈਕਟਿਵ ਹੈ, ਐਂਡ ਇੱਕ ਕੀ ਆਪਣੇ ਕੋਲ ਪਾਰਸ਼ਲੀ ਰਿਫਲੈਕਟਿਵ ਕੀ ਆ ਆਪਣੇ ਕੋਲ ਮਿਰਰ ਪ੍ਰੈਜ਼ੈਂਟ ਹੈ। ਇਸ ਤੋਂ ਇਲਾਵਾ ਅਗਰ ਮੈਂ ਗੱਲ ਕਰਾਂ, ਰੂਬੀ ਲੇਜ਼ਰ ਦੇ ਵਿੱਚ ਕੀ ਹੈ, ਰੂਬੀ ਲੇਜ਼ਰ ਸਰਾਊਂਡ ਕਿਹਦੇ ਨਾਲ ਹੁੰਦੀ ਹੈ, ਮਤਲਬ ਰੂਬੀ ਲੇਜ਼ਰ ਕਿਸੇ ਨਾ ਕਿਸੇ ਚੀਜ਼ ਨਾਲ ਤਾਂ ਕਵਰ ਹੈ। ਰੂਬੀ ਲੇਜ਼ਰ ਕੀ ਹੈ, ਕਵਰ ਕੀਤੀ ਜਾਂਦੀ ਹੈ ਜ਼ੀਨੋਨ ਫਲੈਸ਼ ਲੈਂਪ ਨਾਲ। ਰੂਬੀ ਲੇਜ਼ਰ ਕਿਹਦੇ ਨਾਲ ਸਰਾਊਂਡ ਹੁੰਦੀ ਹੈ, ਜ਼ੀਨੋਨ ਫਲੈਸ਼ ਲੈਂਪ ਨਾਲ ਕੀ ਕੀਤੀ ਜਾਂਦੀ ਹੈ, ਇਹ ਸਟੋਰ ਕੀਤੀ ਜਾਂਦੀ ਹੈ। ਆਈ ਹੋਪ ਤੁਹਾਨੂੰ ਕਲੀਅਰ ਹੋ ਚੁੱਕਿਆ ਹੋਣਾ। ਹੁਣ ਦੇਖੋ ਇਹਦੇ ਵਿੱਚ ਜੋ ਸੈਂਟਰ ਦੇ ਵਿੱਚ ਆ ਚੀਜ਼ ਹੈ, ਇਹ ਰੋਡ ਹੈ, ਇਸ ਦੇ ਵਿੱਚ ਕੀ ਪਾਇਆ ਜਾਂਦਾ ਆਪਣੇ ਕੋਲ, ਐਲੂਮੀਨੀਅਮ Al2O3, ਐਲੂਮੀਨੀਅਮ ਆਕਸਾਈਡ ਨਾਲ ਕੀ ਡੋਪਡ ਕੀਤੇ ਹੋਏ ਨੇ, ਕ੍ਰੋਮੀਅਮ ਆਇਨ, ਉਹ ਇਸ ਦੇ ਵਿੱਚ ਕੀ ਹੋਣਗੇ, ਪ੍ਰੈਜ਼ੈਂਟ ਹੋਣਗੇ। ਔਰ ਇਸ ਦੇ ਆਲੇ ਦੁਆਲੇ ਇਸ ਤਰ੍ਹਾਂ ਨਾਲ, ਮੈਂ ਕਲਰ ਹੋਰ ਲੈ ਲੈਂਦੀ ਹਾਂ, ਜਸਟ ਅ ਸੈਕਿੰਡ। ਹਾਂਜੀ, ਇਸ ਤਰ੍ਹਾਂ ਨਾਲ ਇਸ ਤੇ ਨਾ ਕੀ ਬਣੇ ਹੋਣਗੇ, ਐਵੇਂ ਲੇਅਰਸ। ਜੋ ਇਹ ਆਲੇ ਦੁਆਲੇ ਜੋ ਪਾਈਪ ਹੋਊਗੀ ਉਹ ਕਿਸ ਦੀ ਹੋਊਗੀ, ਜ਼ੀਨੋਨ ਫਲੈਸ਼ ਟਿਊਬ ਦੀ। ਕਲੀਅਰ। ਆਈ ਹੋਪ ਤੁਹਾਨੂੰ ਇਹ ਜੋ ਰੂਬੀ ਲੇਜ਼ਰ ਹੈ ਇਸ ਦੀ ਕੰਸਟਰਕਸ਼ਨ ਸਮਝ ਆ ਚੁੱਕੀ ਹੈ। ਇਸ ਦੀ ਕੰਸਟਰਕਸ਼ਨ ਦੇ ਵਿੱਚ ਕੋਈ ਵੀ ਡਾਊਟ ਨਹੀਂ ਹੋਏਗਾ। ਦੇਖੋ ਤੁਹਾਨੂੰ ਐਗਜ਼ਾਮ ਦੇ ਵਿੱਚ ਬੇਸਿਕ ਜੇ ਕੁਐਸਚਨ ਬਣ ਸਕਦੇ ਆ, ਤਾਂ ਇਸ ਲਈ ਆਪਾਂ ਮਤਲਬ ਜੋ ਚੀਜ਼ਾਂ ਕਰਨ ਵਾਲੀਆਂ ਇੰਪੋਰਟੈਂਟ ਨੇ, ਬੇਸਿਕ ਚੀਜ਼ਾਂ ਇੰਪੋਰਟੈਂਟ ਨੇ, ਆਪਾਂ ਉਹੀ ਕਰ ਰਹੇ ਹਾਂ। ਮੀਨਸ ਇਸ ਤੋਂ ਜ਼ਿਆਦਾ ਡੀਪ ਜਾਣ ਦੀ ਤੁਹਾਨੂੰ ਜ਼ਰੂਰਤ ਨਹੀਂ ਹੈ। ਨੈਕਸਟ ਆਪਾਂ ਗੱਲ ਕਰਾਂਗੇ, ਨੈਕਸਟ ਇਸ ਦੀ ਵਰਕਿੰਗ ਦੇਖਦੇ ਹਾਂ। ਦੇਖੋ ਵਰਕਿੰਗ ਦੇ ਵਿੱਚ ਕੀ ਹੈ, ਵਰਕਿੰਗ ਦੇ ਵਿੱਚ ਦੇਖਦੇ ਹਾਂ। ਇਸ ਨੂੰ ਸਮਝਣ ਦੇ ਲਈ ਸਭ ਤੋਂ ਪਹਿਲਾਂ ਜੋ ਇਸ ਦੇ ਵਿੱਚ ਕ੍ਰੋਮੀਅਮ ਆਇਨ ਐਕਸਾਈਟਡ ਹੋਣਗੇ ਇਨਟੂ ਹਾਇਰ ਐਨਰਜੀ ਲੈਵਲ। ਜੋ ਕ੍ਰੋਮੀਅਮ ਆਇਨ ਹੈ ਉਹ ਐਕਸਾਈਟ ਹੋ ਜਾਣਗੇ ਕਿਹਦੇ ਵਿੱਚ, ਹਾਇਰ ਐਨਰਜੀ ਲੈਵਲ, ਮੀਨਸ ਉੱਪਰ ਚਲੇ ਜਾਣਗੇ ਹਾਈ ਐਨਰਜੀ ਲੈਵਲ ਦੇ ਵਿੱਚ। ਕਲੀਅਰ। ਜੋ ਕੀ ਕਰਨਗੇ, ਇੱਕ ਵੇਵਲੈਂਥ ਨੂੰ ਅਬਜ਼ੋਰਬ ਕਰਨਗੇ। ਇਸ ਦੇ ਵਿੱਚ ਵੇਵਲੈਂਥ ਕਿਹੜੀ ਪ੍ਰੈਜ਼ੈਂਟ ਹੁੰਦੀ ਹੈ, ਕਿੰਨੀ ਰੇਂਜ ਹੁੰਦੀ ਹੈ, 5600 ਆਰਮਸਟਰੋਂਗ ਦੀ ਵੇਵਲੈਂਥ ਨੂੰ ਕੀ ਕਰ ਲੈਣਗੇ, ਉਹ ਅਬਜ਼ੋਰਬ ਕਰ ਲੈਣਗੇ। ਕਲੀਅਰ। ਇੱਕ ਗੱਲ ਹੋਰ ਦੱਸਦਾ, ਇਹ ਰੈੱਡ ਲਾਈਟ ਨੂੰ ਕੀ ਹੈ, ਅਮਿਟ ਕਰਦੀ ਹੈ, ਇਹ ਯਾਦ ਰੱਖਣਾ ਤੁਸੀਂ। ਦੇਖੋ ਹੁਣ ਜਦੋਂ ਉਹ ਹਾਇਰ ਸਟੇਟ ਤੇ ਪਹੁੰਚ ਗਏ, ਹੁਣ ਇਹ 3 ਲੈਵਲ ਹੈ, 3 ਲੈਵਲ ਹੈ ਜੋ ਆਪਣੇ ਕੋਲ ਕੀ ਹੈ, ਰੂਬੀ ਲੇਜ਼ਰ ਹੈ ਉਹ 3 ਲੈਵਲ ਹੈ। ਇਸ ਦੇ ਵਿੱਚ ਦੇਖੋ ਕੀ ਹੋਊਗਾ, ਜਦੋਂ ਕੀ ਹੈ ਕ੍ਰੋਮੀਅਮ ਆਇਨ ਐਕਸਾਈਟਡ ਕਰ ਗਏ ਹਾਇਰ ਲੈਵਲ ਤੇ, ਉਹ ਕੁਝ ਟਾਈਮ ਤਾਂ ਰਹਿਣਗੇ ਨਾ ਐਕਸਾਈਟਡ ਸਟੇਟ ਤੇ, ਕੁਝ ਟਾਈਮ ਤਾਂ ਰਹਿਣਗੇ।
ਐਕਸਾਈਟਡ ਸਟੇਟ ਤੇ ਕੁਝ ਟਾਈਮ ਲਈ ਕੀ ਕਰਨਗੇ, ਸਟੇ ਕਰਨਗੇ। ਕਲੀਅਰ, ਰੁਕਣਗੇ ਉੱਥੇ। ਤਾਂ ਇਸ ਤੋਂ ਬਾਅਦ ਜਦੋਂ ਉਹ ਐਕਸਾਈਟਡ ਲੈਵਲ 'ਤੇ ਰਹਿੰਦੇ ਨੇ, ਉਹ ਕੀ ਹੋ ਜਾਣਗੇ, ਮੰਨ ਲਓ 10⁻⁻8 ਸੈਕਿੰਡਸ ਦੇ ਲਈ ਰਹਿੰਦੇ ਨੇ। ਉਸ ਤੋਂ ਬਾਅਦ ਹੁਣ ਹਾਇਰ ਟੂ ਕੀ ਆਣਗੇ, ਲੋਅਰ ਆਣਗੇ, ਮਤਲਬ ਕੀ ਹੋਣਗੇ, ਡੀ ਐਕਸਾਈਟਡ ਹੋਣਗੇ। ਡੀ ਐਕਸਾਈਟਡ ਹੋਣਗੇ ਮੀਨਸ ਲੋ ਲੈਵਲ 'ਤੇ ਆਣਗੇ, ਲੋਅਰ ਲੈਵਲ 'ਤੇ ਆਣਗੇ। ਹੁਣ ਉਹ ਲੋਅਰ ਲੈਵਲ 'ਤੇ ਆਣਗੇ ਤਾਂ ਉਸ ਤੋਂ ਪਹਿਲਾਂ ਜਦੋਂ ਉਹ ਲੋਅਰ ਲੈਵਲ ਤੋਂ ਆਣਗੇ, ਕੁਝ ਸਮੇਂ ਲਈ ਜੋ ਕ੍ਰੋਮੀਅਮ ਆਇਨ ਨੇ ਉਹ ਕਿੱਥੇ ਚਲੇ ਜਾਣਗੇ, ਮੈਟਾ ਸਟੇਬਲ ਐਕਸਾਈਟਡ ਸਟੇਟ ਦੇ ਵਿੱਚ। ਮੈਟਾ ਸਟੇਬਲ ਐਕਸਾਈਟਡ ਸਟੇਟ ਦੇ ਵਿੱਚ ਚਲੇ ਜਾਣਗੇ, ਬਿਲਕੁਲ ਨੀਚੇ ਆਉਣ ਤੋਂ ਪਹਿਲਾਂ ਮੈਟਾ ਸਟੇਬਲ ਐਕਸਾਈਟਡ ਸਟੇਟ ਦੇ ਵਿੱਚ ਕੀ ਆ, ਉਹ ਪਹੁੰਚ ਜਾਣਗੇ। ਠੀਕ ਹੈ ਜੀ। ਤਾਂ ਅਗਰ ਆਪਾਂ ਗੱਲ ਕਰੀਏ ਜੋ ਇਲੈਕਟ੍ਰੋਨਸ ਨੇ ਇਸ ਲੈਵਲ ਦੇ ਵਿੱਚ, ਉਹਨਾਂ ਦਾ ਜੋ ਐਵਰੇਜ ਲਾਈਫ ਟਾਈਮ ਹੈ ਉਹ 5 ਮੀਟਰ ਸੈਕਿੰਡ ਦੇ ਨੀਅਰ ਅਬਾਊਟ ਹੋਊਗਾ। ਠੀਕ ਹੈ ਜੀ। ਇਹ ਤੁਸੀਂ ਚੀਜ਼ ਕੀ ਕਰਨੀ ਹੈ, ਧਿਆਨ ਦੇ ਵਿੱਚ ਰੱਖਣੀ ਹੈ। ਮਤਲਬ ਜ਼ਿਆਦਾ ਟਾਈਮ ਦੇ ਲਈ ਉਹ ਕਿਤੇ ਵੀ ਨਹੀਂ ਰਹਿਣਗੇ। ਤਾਂ ਇਹਦੇ ਅਗਰ ਆਪਾਂ ਗੱਲ ਕਰੀਏ ਇਸ ਤੋਂ ਇਲਾਵਾ, ਤਾਂ ਜੋ ਇਹਦੇ ਵਿੱਚ ਪੋਪੂਲੇਸ਼ਨ ਇਨਵਰਜ਼ਨ ਕ੍ਰੀਏਟ ਹੋਏਗੀ ਕੁਝ ਮਿਲੀ ਸੈਕਿੰਡਸ ਤੋਂ ਬਾਅਦ, ਇਹਦੇ ਵਿੱਚ ਕੀ ਬਣ ਜਾਏਗੀ, ਇਹਦੇ ਵਿੱਚ ਪੋਪੂਲੇਸ਼ਨ ਇਨਵਰਜ਼ਨ ਕੀ ਹੋ ਜਾਏਗੀ, ਅਚੀਵ ਹੋ ਜਾਏਗੀ। ਪੋਪੂਲੇਸ਼ਨ ਇਨਵਰਜ਼ਨ ਕੀ ਹੋ ਜਾਏਗੀ, ਅਚੀਵ ਹੋ ਜਾਏਗੀ। ਜੋ ਇਹ ਪੋਪੂਲੇਸ਼ਨ ਇਨਵਰਜ਼ਨ ਹੈ ਇਹ ਕਿਹਦੇ ਵਿਚਕਾਰ ਬਣੂਗੀ, E2 ਐਂਡ E1 ਐਨਰਜੀ ਸਟੇਟਸ ਦੇ ਵਿਚਕਾਰ ਕੀ ਹੋ ਜਾਏਗੀ, ਫਾਰਮ ਹੋ ਜਾਏਗੀ। ਠੀਕ ਹੈ ਜੀ। ਜੋ ਫੋਟੋਨ ਹੈ ਇਹ ਕੀ ਕਰਨਗੇ, ਕਿਹਦੇ ਦੁਆਰਾ ਗਿਵਨ ਨੇ, ਇਹ ਜੋ ਫਲੈਸ਼ ਲੈਂਪ ਇਹਦੇ ਵਿੱਚ ਪ੍ਰੈਜ਼ੈਂਟ ਹੈ ਨਾ ਜ਼ੀਨੋਨ ਦਾ, ਉਸ ਦੇ ਦੁਆਰਾ ਜੋ ਕੀ ਕਰਨਗੇ, ਰਿਫਲੈਕਟ ਬੈਕ ਹੋ ਜਾਣਗੇ। ਜੋ ਕੀ ਹੋ ਜਾਣਗੇ, ਰਿਫਲੈਕਟ ਬੈਕ ਹੋ ਜਾਣਗੇ, ਬੈਕ ਐਂਡ ਫਰੋਥ ਹੋ ਜਾਣਗੇ। ਕਿੱਥੋਂ, ਜੋ ਸਿਲਵਰ ਐਂਡਸ ਦੇ ਮਿਰਰ ਪ੍ਰੈਜ਼ੈਂਟ ਹੈ। ਸਿਲਵਰ ਐਂਡ ਦੇ ਜੋ ਕੀ ਪ੍ਰੈਜ਼ੈਂਟ ਨੇ, ਆਪਣੇ ਕੋਲ ਮਿਰਰ ਪ੍ਰੈਜ਼ੈਂਟ ਨੇ। ਆਈ ਹੋਪ ਤੁਹਾਨੂੰ ਇਹ ਚੀਜ਼ ਕੀ ਹੈ, ਕਲੀਅਰ ਹੋ ਚੁੱਕੀ ਹੈ ਕਿ ਕਿਸ ਤਰ੍ਹਾਂ ਨਾਲ ਇਹ ਕੀ ਕਰ ਰਹੇ ਨੇ ਕੰਮ। ਮੈਂ ਤੁਹਾਨੂੰ ਇੱਕ ਵਾਰ ਸਟੇਟਸ ਵੀ ਬਣਾ ਕੇ ਦਿਖਾ ਦਿੰਦੀ ਹਾਂ। ਜਿਵੇਂ ਇੱਕ ਆਹ ਸਟੇਟ ਹੈ, ਫਿਰ ਆ E2 ਹੈ, ਦੈਨ ਸੈਂਟਰ ਦੇ ਵਿੱਚ ਕੀ ਹੈ, ਮੈਟਾ ਸਟੇਬਲ ਸਟੇਟ। ਪਹਿਲਾਂ ਇੱਥੇ ਕ੍ਰੋਮੀਅਮ ਆਇਨਸ ਕੀ ਨੇ, E1 ਤੇ ਪ੍ਰੈਜ਼ੈਂਟ ਸੀਗੇ, ਦੈਨ ਉਹ ਕਿੱਥੇ ਚਲੇ ਗਏ, E2 ਤੇ ਕੁਝ ਸਮੇਂ ਲਈ ਐਕਸਾਈਟਡ ਹੋ ਗਏ। ਜਦੋਂ ਉਹ ਐਕਸਾਈਟ ਹੋ ਗਏ, E2 ਤੇ ਕੀ ਹੈ, ਪਹੁੰਚ ਗਏ। ਜਦੋਂ ਉਹਨਾਂ ਨੇ ਵਾਪਿਸ ਆਉਣਾ ਹੈ, ਵਾਪਿਸ ਆਉਣਾ ਡਾਇਰੈਕਟ ਆਉਣ ਤੋਂ ਪਹਿਲਾਂ ਉਹ ਕੁਝ ਸਮੇਂ ਲਈ ਕਿੱਥੇ ਚਲੇ ਜਾਣਗੇ, ਮੈਟਾ ਸਟੇਬਲ ਸਟੇਟ ਤੇ ਕੀ ਹੈ, ਪਹੁੰਚ ਜਾਣਗੇ। ਕਲੀਅਰ। ਇਸ ਦੇ ਕਰਕੇ ਕੀ ਹੈ, ਮਤਲਬ ਅਗਰ ਆਪਾਂ ਗੱਲ ਕਰੀਏ ਫਿਰ ਉਹ ਨੀਚੇ ਕੀ ਆਣਗੇ, ਵਾਪਿਸ ਆਣਗੇ। ਬਟ ਇਹਨਾਂ ਦੇ ਵਿਚਕਾਰ ਹੀ ਕੀ ਹੋਗੀ, ਪੋਪੂਲੇਸ਼ਨ ਇਨਵਰਜ਼ਨ ਕੀ ਹੋ ਜਾਏਗੀ, ਕ੍ਰੀਏਟ ਹੋ ਜਾਏਗੀ। ਮੀਨਸ ਜੋ ਫਲੈਸ਼ ਹੈ ਫਰੋਮ ਲੈਂਪ ਸੋਰਸ ਤੋਂ ਉਹ ਸਟਿਮੂਲੇਟਡ ਅਮੀਸ਼ਨ ਦਾ ਕੰਮ ਕਰੇਗੀ, ਜਿਹਦੇ ਰਿਜ਼ਲਟ ਆਪਣੇ ਕੋਲ ਕੀ ਫਾਰਮ ਹੋਏਗੀ, ਇੱਕ ਲੇਜ਼ਰ ਫਾਰਮ ਹੋ ਜਾਏਗੀ। ਲੇਜ਼ਰ ਆਪਾਂ ਨੂੰ ਆਊਟਪੁੱਟ ਦੇ ਵਿੱਚ ਮਿਲੇਗੀ। ਕਲੀਅਰ। ਹੁਣ ਜਿਹੜੀ ਆ ਲੇਜ਼ਰ ਆਪਾਂ ਨੂੰ ਆਊਟਪੁੱਟ ਦੇ ਵਿੱਚ ਮਿਲੀ ਹੈ, ਲੇਜ਼ਰ ਜੋ ਆਊਟਪੁੱਟ ਦੇ ਵਿੱਚ ਫਾਰਮ ਹੋਈ ਹੈ, ਇਹ ਕੀ ਹੈ, ਆਪਣੇ ਕੋਲ ਰੈੱਡ ਲਾਈਟ ਲੇਜ਼ਰ ਹੈ। ਕਿਸ ਲਾਈਟ ਦੇ ਵਿੱਚ ਹੈ, ਰੈੱਡ ਲਾਈਟ ਕੀ ਹੈ, ਆਪਣੇ ਕੋਲ ਲੇਜ਼ਰ ਹੈ। ਠੀਕ ਹੈ ਜੀ। ਆਈ ਹੋਪ ਤੁਹਾਨੂੰ ਰੂਬੀ ਲੇਜ਼ਰ ਕੀ ਹੈ, ਕਲੀਅਰ ਹੋ ਚੁੱਕਿਆ। ਨੈਕਸਟ ਆਪਾਂ ਗੱਲ ਕਰਾਂਗੇ ਨੈਕਸਟ ਟੌਪਿਕ ਦੀ, ਜੋ ਤੁਹਾਡੇ ਸਿਲੇਬਸ ਅਕੋਰਡਿੰਗ ਹੀ ਕਰ ਰਿਹਾ। ਲਾਸਟ ਇੱਕ ਹੋਰ ਲੇਜ਼ਰ ਤੁਹਾਨੂੰ ਕੀ ਹੈ, ਸਿਲੇਬਸ ਦੇ ਵਿੱਚ ਮੈਂਸ਼ਨ ਹੈ, ਉਹ ਉਸਨੂੰ ਕਰ ਲੈਂਦੇ ਹਾਂ। ਲਾਸਟ ਹੈ ਆਪਣੇ ਕੋਲ ਹੀਲੀਅਮ ਨਿਓਨ ਲੇਜ਼ਰ। ਹੁਣ ਆਪਾਂ ਗੱਲ ਕਰਾਂਗੇ ਹੀਲੀਅਮ ਨਿਓਨ ਲੇਜ਼ਰ ਦੀ। ਦੇਖੋ ਜੋ ਹੀਲੀਅਮ ਨਿਓਨ ਲੇਜ਼ਰ ਹੈ ਇਹ ਆਪਣੇ ਕੋਲ ਫਸਟ ਗੈਸ ਲੇਜ਼ਰ ਹੈ। ਫਸਟ ਕੀ ਹੈ, ਗੈਸ ਲੇਜ਼ਰ ਹੈ। ਤਾਂ ਇਹ ਇੰਪੋਰਟੈਂਟ ਕੁਐਸਚਨ ਬਣ ਜਾਂਦਾ ਕਿ ਫਸਟ ਗੈਸ ਲੇਜ਼ਰ ਦਾ ਨੇਮ ਦੱਸੋ। ਫਸਟ ਗੈਸ ਲੇਜ਼ਰ ਆਪਣੇ ਕੋਲ ਕੀ ਹੈ, ਹੀਲੀਅਮ ਨਿਓਨ ਲੇਜ਼ਰ ਹੈ। ਠੀਕ ਹੈ ਜੀ। ਇਸ ਤੋਂ ਇਲਾਵਾ ਅਗਰ ਦੇਖੋ ਹੁਣ ਮੈਂ ਗੱਲ ਕਰਾਂ, ਇਹਨੂੰ ਵੀ ਕੀ ਹੈ, ਮਤਲਬ ਕਾਫੀ ਸਾਰੇ ਕੋਵਰਕਰ ਸੀਗੇ ਨਾਲ, ਕਿੰਨਾ ਦੇ, ਅਲੀ ਜੈਵਨ। ਇਹਨਾਂ ਨੇ ਕੀ ਕੀਤਾ ਸੀ, ਡਿਸਕਵਰ ਕੀਤਾ ਸੀ। ਕਿੱਥੇ ਕੀਤਾ ਸੀ, USA ਦੇ ਵਿੱਚ। USA ਦੇ ਵਿੱਚ 1961 ਦੇ ਵਿੱਚ ਕੀ ਹੈ, ਹੀਲੀਅਮ ਨਿਓਨ ਲੇਜ਼ਰ ਕੀ ਕੀਤੀ ਗਈ ਸੀ, ਡਿਸਕਵਰ ਕੀਤੀ ਗਈ ਸੀ। ਦੇਖੋ ਇਸ ਦੀਆਂ ਵੀ ਕੁਝ ਕਰੈਕਟਰਿਸਟਿਕਸ ਨੇ, ਆਪਾਂ ਉਹਨਾਂ ਨੂੰ ਵੀ ਸਮਝ ਲੈਂਦੇ ਹਾਂ। ਫਸਟ ਕੀ ਇੱਕ ਗੈਸ ਲੇਜ਼ਰ ਹੈ, ਇਸ ਦੇ ਵਿੱਚ ਕੰਟੀਨਿਊਸ ਵੇਵ ਲੇਜ਼ਰ ਹੈ। ਮੈਂ ਤੁਹਾਨੂੰ ਆਪਟੀਕਲ ਜਦੋਂ ਪੰਪਿੰਗ ਹੋਈ ਸੀ ਉਸ ਟਾਈਮ ਦੱਸਿਆ ਸੀ ਕਿ ਜਦੋਂ ਗੈਸ ਲੇਜ਼ਰ ਹੈ ਤਾਂ ਉਦੋਂ ਕੀ ਹੁੰਦੀ ਹੈ, ਇਲੈਕਟ੍ਰੀਕਲ ਡਿਸਚਾਰਜ ਕੀ ਹੁੰਦਾ ਹੈ, ਯੂਜ਼ ਕੀਤਾ ਇਲੈਕਟ੍ਰੀਕਲ ਡਿਸਚਾਰਜ ਕੀ ਕੀਤਾ ਜਾਂਦਾ, ਯੂਜ਼ ਕੀਤਾ ਜਾਂਦਾ। ਤਾਂ ਇਹ ਤਿੰਨੇ ਕਰੈਕਟਰਿਸਟਿਕਸ ਕੀ ਕਰਨੀ ਆਪਾਂ ਨੇ, ਲਰਨ ਕਰਕੇ ਰੱਖਣਾ। ਨੈਕਸਟ ਆਪਾਂ ਹੁਣ ਇਹਦੀ ਕੰਸਟਰਕਸ਼ਨ ਦੇਖ ਲੈਂਦੇ ਹਾਂ। ਦੇਖੋ ਕੰਸਟਰਕਸ਼ਨ ਇਸ ਤਰ੍ਹਾਂ ਨਾਲ ਹੈ, ਇਸ ਦੇ ਵਿੱਚ ਵੀ ਕੀ ਹੈ, ਦੇਖੋ ਸੈਂਟਰ ਦੇ ਵਿੱਚ ਕੀ ਹੈ, ਹੀਲੀਅਮ ਨਿਓਨ ਗੈਸ ਪ੍ਰੈਜ਼ੈਂਟ ਹੈ
जो 10:1 ਦੇ ਵਿੱਚ ਪ੍ਰੈਜ਼ੈਂਟ ਹੈ, ਮੀਨਸ ਹੀਲੀਅਮ ਕੀ ਹੈ 10% ਹੈ ਔਰ ਨਿਓਨ ਕੀ ਹੈ 1% ਹੈ। ਇਸ ਤਰ੍ਹਾਂ ਨਾਲ ਕੀ ਹੈ ਇਹਨਾਂ ਦਾ ਮਿਕਸਚਰ ਪ੍ਰੈਜ਼ੈਂਟ ਹੈ। ਸਾਈਡ 'ਤੇ ਅਗਰ ਆਪਾਂ ਗੱਲ ਕਰੀਏ, ਇੱਥੇ ਦੋ ਮਿਰਰ ਵੀ ਲੱਗੇ ਹੋਣਗੇ, ਇੱਕ ਫੁੱਲੀ ਰਿਫਲੈਕਟਡ M1 ਔਰ M2 ਕੀ ਹੈ ਪਾਰਸ਼ਲੀ ਰਿਫਲੈਕਟਰ ਹੈ। ਨੈਕਸਟ ਅਗਰ ਆਪਾਂ ਗੱਲ ਕਰੀਏ, ਇੱਥੇ ਦੋ ਇਲੈਕਟ੍ਰੋਡਸ ਜਾਣਗੀਆਂ ਜੋ DC ਪਾਵਰ ਸਪਲਾਈ ਕਰਵਾਵਾਂਗੇ ਇਸ ਨੂੰ। ਇੱਕ ਗਲਾਸ ਟਿਊਬ ਇੱਕ ਰੋਡ ਦਾ ਕੰਮ ਕਰ ਰਹੀ ਹੈ, ਠੀਕ ਹੈ, ਨੈਰੋ ਡਿਸਚਾਰਜ ਹੈ, ਬਿਲਕੁਲ ਬਰੀਕ ਹੈ, ਤੁਸੀਂ ਦੇਖ ਸਕਦੇ ਹੋ, ਜਿੱਥੇ ਕੀ ਹੈ ਮਿਕਸਚਰ ਪ੍ਰੈਜ਼ੈਂਟ ਹੈ। ਜੋ ਇਸ ਦੀ ਲੈਂਥ ਹੈ ਉਹ ਨੀਅਰ ਅਬਾਊਟ 25 to 100 ਸੈਂਟੀਮੀਟਰ ਹੈ ਲੈਂਥ, ਐਂਡ ਡਾਇਆਮੀਟਰ ਕਿੰਨਾ ਹੈ ਇਸਦਾ 1 ਸੈਂਟੀਮੀਟਰ ਕੀ ਹੈ ਇਸਦਾ ਡਾਇਆਮੀਟਰ। ਇਹ ਕੀ ਹੈ ਇਸਦੀ ਲੈਂਥ ਹੈ, ਲੰਬਾਈ ਹੈ। ਕਲੀਅਰ। ਤਾਂ ਅਗਰ ਆਪਾਂ ਗੱਲ ਕਰੀਏ ਹੁਣ ਇਸ ਦੀ ਵਰਕਿੰਗ ਨੂੰ ਸਮਝਦੇ ਹਾਂ। ਹੀਲੀਅਮ ਨਿਓਨ ਲੇਜ਼ਰ ਦੀ ਵਰਕਿੰਗ ਕਿੱਦਾਂ ਹੋਏਗੀ। ਦੇਖੋ ਇਸ ਦੇ ਵਿੱਚ ਕੀ ਹੈ, ਜੋ ਹੀਲੀਅਮ ਐਟਮ ਹੈ ਉਹ ਕੀ ਹੈ ਪੰਪ ਹੋਣਗੇ। ਐਕਸਾਈਟਡ ਸਟੇਟ ਦੇ ਵਿੱਚ ਹੀਲੀਅਮ ਐਟਮ ਕਿੱਥੇ ਚਲੇ ਜਾਣਗੇ, ਐਕਸਾਈਟਡ ਸਟੇਟ ਪੰਪ ਟੂ ਐਕਸਾਈਟਡ ਸਟੇਟ। ਜਦੋਂ ਕਿਸ ਦੇ ਦੁਆਰਾ ਐਕਸਾਈਟਡ ਸਟੇਟ 'ਚ ਗਏ, ਜਦੋਂ ਕੀ ਹੋ ਗਿਆ ਇਲੈਕਟ੍ਰੀਕਲ ਡਿਸਚਾਰਜ ਹੋ ਗਿਆ, ਕਿਉਂਕਿ ਇਹਦੇ ਵਿੱਚ ਪੰਪਿੰਗ ਕਿਸ ਕਰਕੇ ਹੋ ਰਹੀ ਹੈ, ਜਦੋਂ ਇਲੈਕਟ੍ਰੀਕਲ ਡਿਸਚਾਰਜ ਹੋ। ਕਿਉਂ, ਇਹ ਗੈਸ ਲੇਜ਼ਰ ਹੈ, ਧਿਆਨ 'ਚ ਰੱਖਣੀ ਹੈ ਚੀਜ਼। ਹੁਣ ਇਲੈਕਟ੍ਰੀਕਲ ਡਿਸਚਾਰਜ ਹੋ ਗਿਆ ਤਾਂ ਜਿਹੜੀ ਹਾਈ ਵੋਲਟੇਜ DC ਪਾਵਰ ਆਪਾਂ ਸਪਲਾਈ ਕੀਤੀ ਹੈ, ਇਸੇ ਲਈ ਕੀਤੀ ਹੈ। ਹਾਈ ਵੋਲਟੇਜ DC ਪਾਵਰ ਸਪਲਾਈ ਇਸੇ ਲਈ ਕੀਤੀ ਹੈ ਤਾਂ ਕਿ ਜੋ ਹੀਲੀਅਮ ਐਟਮ ਹੈ ਉਹ ਐਕਸਾਈਟ ਹੋ ਜਾਣ, ਪੰਪਿੰਗ ਕਰਨ, ਕਿੱਥੇ ਤੱਕ ਪਹੁੰਚ ਜਾਣ, ਐਕਸਾਈਟਡ ਸਟੇਟ ਦੇ ਵਿੱਚ ਪਹੁੰਚ ਜਾਣ। ਠੀਕ ਹੈ ਜੀ। ਤਾਂ ਹੁਣ ਜਦੋਂ ਆਪਾਂ ਨੇ ਹਾਈ ਵੋਲਟੇਜ DC ਪ੍ਰੋਵਾਈਡ ਕੀਤੀ, DC ਮੈਨੇ ਤੁਹਾਨੂੰ ਡਾਇਗਰਾਮ 'ਚ ਵੀ ਆ ਤੁਸੀਂ ਦੇਖਿਆ ਹੋਣਾ, ਆਪਾਂ ਨੇ DC ਪਾਵਰ ਸਪਲਾਈ ਲਗਾਇਆ ਹੋਇਆ। ਦੇਖੋ ਹੁਣ DC ਮਤਲਬ ਡਾਇਰੈਕਟ ਕਰੰਟ ਜਦੋਂ ਪ੍ਰੋਵਾਈਡ ਕਰਵਾ ਰਹੇ ਹਾਂ ਤਾਂ ਜਿਹੜੇ ਇਲੈਕਟ੍ਰੋਨਸ ਨੇ ਉਹ ਐਨਰਜੈਟਿਕ ਹੋ ਜਾਣਗੇ, ਉਹਨਾਂ ਦੇ ਵਿੱਚ ਐਨਰਜੀ ਆ ਜਾਊਗੀ। ਜਿਹੜੇ ਇਲੈਕਟ੍ਰੋਨ ਨੇ ਫਿਰ ਉਹ ਕੀ ਕਰਨਗੇ, ਟਰੈਵਲ ਕਰਨਗੇ ਕਿਸ ਦੇ ਵਿੱਚ, ਗੈਸ ਮਿਕਸਚਰ ਦੇ ਵਿੱਚ। ਆਪਣੇ ਕੋਲ ਗੈਸ ਮਿਕਸਚਰ ਕੀ ਹੈ, ਆਪਣੇ ਕੋਲ ਹੀਲੀਅਮ ਐਂਡ ਨਿਓਨ ਦੋਨੋਂ ਕੀ ਨੇ, ਆਪਣੇ ਕੋਲ ਗੈਸ ਮਿਕਸਚਰ ਨੇ, ਜੋ ਕੀ ਕਰਾਉਣਗੇ ਕੰਪਰਾਈਜ਼ਸ ਕਰਵਾਉਣਗੇ ਐਟਮ ਨੂੰ। ਤਾਂ ਜਿਹਦੇ ਨਾਲ ਐਨਰਜੀ ਕੀ ਹੈ, ਜੋ ਆਪਣੇ ਕੋਲ ਐਨਰਜੀ ਹੈ ਉਹ ਟਰਾਂਸਫਰ ਹੋ ਜਾਊਗੀ ਕਿਸ ਕੋਲ, ਹੀਲੀਅਮ ਐਟਮ ਕੋਲ, ਜੋ ਕੀ ਕਰ ਲੈਣਗੇ ਅਬਜ਼ੋਰਬ ਕਰ ਲੈਣਗੇ ਤੇ ਕਿੱਥੇ ਮੂਵ ਕਰ ਜਾਣਗੇ, ਐਕਸਾਈਟਡ ਸਟੇਟ। ਕਲੀਅਰ। ਤਾਂ ਡਿਊ ਟੂ ਆਪਟੀਕਲ ਰੈਜ਼ੋਨੇਟਰ ਇੱਥੇ ਕੀ ਹੈ ਕੰਟੀਨਿਊਸ ਲਾਈਟ ਪ੍ਰੋਡਿਊਸ ਹੋ ਜਾਊਗੀ। ਕੀ ਪ੍ਰੋਡਿਊਸ ਹੋ ਜਾਊਗੀ, ਕੰਟੀਨਿਊਸ ਲਾਈਟ ਕੀ ਹੋ ਜਾਏਗੀ, ਪ੍ਰੋਡਿਊਸ ਹੋ ਜਾਏਗੀ। ਇਸ ਦੇ ਵਿੱਚ ਜੋ ਲੇਜ਼ਰ ਬੀਮ ਫੋਰਮ ਹੋਏਗੀ ਉਹ ਕਿਸ 'ਚ ਹੋਏਗੀ, ਵਿਜ਼ੀਬਲ ਰੀਜ਼ਨ ਦੇ ਵਿੱਚ ਕੀ ਹੋਏਗੀ, ਫੋਰਮ ਹੋਏਗੀ। ਵਿਜ਼ੀਬਲ ਰੀਜ਼ਨ ਦੇ ਵਿੱਚ ਫੋਰਮ ਹੋਏਗੀ, ਜਿਸ ਦੀ ਵੇਵਲੈਂਥ ਹੋਏਗੀ 6328 ਆਰਮਸਟਰੋਂਗ ਕੀ ਹੋਏਗੀ, ਉਸਦੀ ਵੇਵਲੈਂਥ ਹੋਏਗੀ। ਕਲੀਅਰ। ਇਹ ਤੁਸੀਂ ਕੀ ਰੱਖਣਾ ਹੈ, ਧਿਆਨ ਦੇ ਵਿੱਚ ਰੱਖਣਾ ਹੈ। ਮੇਨ ਇਹੀ ਸੀਗੇ ਤੇ ਇਹੀ ਤੁਹਾਡੇ ਸਿਲੇਬਸ ਦੇ ਵਿੱਚ ਮੈਂਸ਼ਨ ਹੈ। ਆਈ ਹੋਪ ਤੁਹਾਨੂੰ ਦੋਨੋਂ ਲੇਜ਼ਰਸ ਤੇ ਉਹਨਾਂ ਦੇ ਕੰਪੋਨੈਂਟਸ ਕਲੀਅਰ ਹੋ ਚੁੱਕੇ ਹੈ, ਕੋਈ ਵੀ ਡਾਊਟ ਨਹੀਂ ਰਿਹਾ ਹੋਏਗਾ। ਆਪਣੀ ਫੀਡਬੈਕ ਦੇਣਾ ਨਾ ਭੁੱਲਿਓ। ਇਸ ਦੇ ਨਾਲ ਆਪਣਾ ਲੇਜ਼ਰ ਤਾਂ ਕੰਪਲੀਟ ਹੋ ਗਿਆ। ਫੀਡਬੈਕ ਜ਼ਰੂਰ ਦਿਓ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ। ਲਾਈਕ ਕਰਨਾ ਨਾ ਭੁੱਲਿਓ, ਸ਼ੇਅਰ ਜ਼ਰੂਰ ਕਰਿਓ ਫਰੈਂਡਸ ਦੇ ਨਾਲ। ਟੈਲੀਗ੍ਰਾਮ ਗਰੁੱਪ ਨੂੰ ਜੁਆਇਨ ਕਰ ਲਓ, ਅਗਰ ਚੈਨਲ 'ਤੇ ਨਿਊ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਥੈਂਕ ਯੂ ਸੋ ਮਚ।